श्री वाहिगुरु साहिब जीओ। एक सिक्का टोडर मल बहु धनी, साहिब जादी पकड़ न सुनी। एक सिख टोडर मल बहु धनी, साहिब जादी पकड़ न सुनी। सतनाम श्री वाहिगुरु जी का तुछ प्रबुद्ध मारी, वर्ण न सकै महिमा जो तिहारी। हम ना सकत कर सिवत तुम्हारी, आप ले हो तुम कथा सुधारे। मोखो चरै शास्त्र कट, पिंग गिरन चढ़ जाए। अंध लखै बदरो सुनै, जो काल कृपा कराए। एक ओंकार सतगुरु ते प्रसाद सच होई। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। वाहिगुरु जी का खालसा, वाहिगुरु जी की फतेह। परम सत्कारयोग गुरु रूप खालसा साध संगत जी, जितने भी माई भाई नेमी प्रेमी दूरों नेड़ों चल करके महापुरखों के पवित्र पावन अस्थान अथवा गुरु बाबा जी के सचखंड दरबार दे विच पहुँचे हो। सतगुरां दे चरनां 'च हाज़री लवाउण वास्ते अपनियां चित्त वृत्तियां बाहरों कागर करन दी खिचल करो। भगत वशल पतत पावन दीना बंदो, तिन्ने लोगां दे मालक सांझे रहवर निरंकारी जोत श्री गुरु गोबिंद सिंह जी महाराज की पावन कथा चल रही है। पिछले प्रकरण दे विच असीं ये विचार सरवण कीती, जदों 13 पोह वाले दिन धन धन बाबा जोरावर सिंह, धन धन बाबा फतेह सिंह जी नूं सूबे की कचहरी दे विच सामने पेश किया गया सी। उस समय जिहड़ा सी मलेरकोटले दा नवाब शेर मुहम्मद खां जदों ने दे लिया भी सूबा गुरु के लाला नूं हुण शहीद करना चाहुंदे है। वैसे तो जो है इस्लाम मत दा धर्म वो बच्चे और औरत नूं कोई भी सज़ा देण दी इजाज़त नहीं दिंदा, पर जेड़े ने अमीर वज़ीर बड़े बड़े नवाब ये हंकार रूपी मां दे विच अंधे हो चुके सन। जदों शेर मुहम्मद खान ने परी कचहरी च अपने वालों जेड़ा हा दा नारा मारिया सी, कह लग्या नवाब साहब इन्हां शीरखोर बच्चियां ने तुहाडा बिगाड़िया की है। इस घोर उपद्रव दा जेड़ा फल सारे शहर नूं भुगतना पेगा। जदों वज़ीर खां ने जिमें जिमें सुचा आनंद खत्री अपने वालों सलाह दिंदा सी, सतगुरु जी दे साहिबजादियां नूं दोटा जालमा पापियां ने नीहा दे विच जिनना शुरू किया। सहजे सहजे कंध जदों छाती तक पहुँची, कहते उस बात इहो जिहा पढ़ा
ਭਾਰੀ ਤੂਫਾਨ ਧਰਤੀ ਦੇ ਉੱਪਰ ਪੈਦਾ ਹੋਇਆ। ਚਾਰੇ ਪਾਸੇ ਆਕਾਸ਼ ਦੇ ਵਿੱਚ ਕਾਲੀ ਘਟਾ ਛਾ ਗਈ ਹੈ। ਅੰਧੇਰੀ ਦੇ ਨਾਲ ਵੱਡੇ ਵੱਡੇ ਕੰਕਰ ਰੋੜ ਠੀਕਰੀਆਂ ਉੱਡਣ ਲੱਗ ਪਈਆਂ ਸਨ। ਉਹ ਜਿਹੜੀ ਕੰਧ ਵੀ ਫਟ ਗਈ। ਇਹੋ ਜਿਹਾ ਬੜਾ ਜ਼ੁਲਮ ਦੇ ਕਰਕੇ ਕਹਿੰਦੇ ਜਿਹੜਾ ਸੀ ਮਸਜਿਦ ਦਾ ਬਹੁਤ ਵੱਡਾ ਗੁੰਬਦ ਉਹ ਵੀ ਉਹਦੇ ਵੀ 2 ਟੁਕੜੇ ਹੋ ਗਏ ਸਨ। ਸਤਿਗੁਰੂ ਜੀ ਦੇ ਲਾਲ ਬੇਹੋਸ਼ ਹੋ ਚੁੱਕੇ ਸਨ। ਫਿਰ ਇਹਨਾਂ ਨੇ ਆਪਣੇ ਵੱਲੋਂ ਚਰਨਾਂ ਦੀਆਂ ਜਿਹੜੀਆਂ ਤਲੀਆਂ ਝੱਸੀਆਂ, ਗਰਮ ਦੁੱਧ ਵਗੈਰਾ ਪਿਲਾਇਆ। ਵਜ਼ੀਰ ਖਾਂ ਸੋਚਦਾ ਵੀ ਸ਼ਾਇਦ ਅਜੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਾਡੇ ਦੀਨ ਧਰਮ ਨੂੰ ਮੰਨ ਸਕਦੇ ਹਨ, ਪਰ ਫਿਰ ਵੀ ਗੁਰੂ ਕੇ ਲਾਲਾਂ ਨੇ ਆਪਣਾ ਸੀਸ ਲਾਉਂਦਿਆਂ ਹੋਇਆਂ ਨਾ ਕਰ ਦਿੱਤੀ। ਫਿਰ ਵਜ਼ੀਰ ਖਾਂ ਨੇ ਜਿਹੜੇ ਸੀ ਸਾਸਲ ਵੇਗ, ਬਾਸਲ ਵੇਗ, ਇਹਨਾਂ ਨੂੰ ਸਾਹਿਬਜ਼ਾਦਿਆਂ ਦੇ ਸੀਸ ਦੇ ਉੱਪਰ ਤਲਵਾਰ ਚਲਾਉਣ ਦਾ ਹੁਕਮ ਕਰ ਦਿੱਤਾ ਸੀ। ਦੇਦਿਆਂ ਇਹਨਾਂ ਜਲਾਦਾਂ ਨੇ ਸਤਿਗੁਰੂ ਜੀ ਦੇ ਲਾਲਾਂ ਦੇ ਜਿਹੜੇ ਸੀਸ ਧੜ ਨਾਲੋਂ ਲਹਿਦਾ ਕਰ ਦਿੱਤੇ ਸਨ। ਚਾਰੇ ਪਾਸੇ ਇਸ ਜ਼ੁਲਮ ਦੀ ਜਿਹੜੀ ਹਾਹਾਕਾਰ ਮਚ ਚੁੱਕੀ ਹੈ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਸਿੱਖ ਟੋਡਰ ਮੱਲ ਬਹੁਤ ਧਨੀ। ਇੱਕ ਭਾਈ ਟੋਡਰ ਮੱਲ ਕਰਕੇ ਗੁਰੂ ਕਾ ਪਿਆਰਾ। ਇਹ ਬੜਾ ਅਮੀਰ ਤਨਾੜ ਸੀ। ਸਾਹਿਬ ਜਾਦੀ ਪਕਰਨ ਸੁਣੀ। ਜਦੋਂ ਇਹਨੇ ਗੁਰੂ ਕੇ ਲਾਲਾਂ ਦੀ ਇਹ ਦੁਖਦਾਈ ਘਟਨਾ ਆਪਣੇ ਕੰਨਾਂ ਦੇ ਨਾਲ ਸੁਣ ਲਈ ਵੀ ਇਸ ਵਕਤ ਜਗਤ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਨੂੰ ਇਹਨਾਂ ਜ਼ਾਲਮਾਂ ਪਾਪੀਆਂ ਨੇ ਇਹ ਠੰਡੇ ਬੁਰ ਦੇ ਵਿੱਚ ਕੈਦ ਕੀਤਾ ਹੋਇਆ ਹੈ। ਹਿਰਦੈ ਵਿਚਾਰਿਓ ਧਨ ਗਨ ਦੇ ਕੇ। ਬਾਬਾ ਟੋਡਰ ਮੱਲ ਜੀ ਸੋਚਣ ਲੱਗੇ ਵੀ ਮੈਂ ਬੜੀ ਮਾਇਆ ਦੇ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਛੁਡਾ ਲੈਣਾ ਹੈ। ਤੁਰਕਨ ਤੀ ਛੁਰ ਬਾਬਨ ਕਹਿ ਕੇ। ਇਹ ਆਪਣੇ ਵੱਲੋਂ ਇਹੋ ਜਿਹੀਆਂ ਮਨ ਦੇ ਵਿੱਚ ਵਿਚਾਰਾਂ ਕਰਨ ਲੱਗ ਪਏ ਸਨ। ਜਹਾਂ ਗੁਰੂ ਤਹ ਦਿਓ ਪਹੁੰਚਾਈ। ਵੀ ਜਿੱਥੇ ਹੋਣਗੇ ਦਸ਼ਮੇਸ਼ ਪਿਤਾ ਉੱਥੇ ਮੈਂ ਸਾਹਿਬਜ਼ਾਦਿਆਂ ਨੂੰ ਬੜੇ ਸਤਿਕਾਰ ਦੇ ਸਹਿਤ ਪਹੁੰਚਾ ਦੇਵਾਂਗਾ। ਪਾਵੋਂ ਜਗਤ ਵਿਖੇ ਵਡਿਆਈ। ਇਹ ਸੇਵਾ ਕਰਕੇ ਦੁਨੀਆ ਦੇ ਵਿੱਚ ਬੜੀ ਵਡਿਆਈ ਮੈਨੂੰ ਪ੍ਰਾਪਤ ਹੋ ਜਾਣੀ ਹੈ। ਕਹਾਂ ਦਰਬ ਜੋ ਸਰਬ ਵਿਨਾਸ਼ੀ। ਵੀ ਇਹ ਮਾਇਆ ਸਦਾ ਵਾਸਤੇ ਤਾਂ ਰਹਿਣ ਵਾਲੀ ਹੈ ਨਹੀਂ, ਨਾ ਇਹਨੇ ਪਰਲੋਕ ਦੇ ਵਿੱਚ ਵੀ ਕੋਈ ਸਾਥ ਨਹੀਂ ਦੇਣਾ ਹੈ। ਗੁਰ ਪਦਵੀ ਦੇਹ ਅਬਿਨਾਸ਼ੀ। ਪਰ ਇਹੋ ਜੀ ਸੇਵਾ ਤੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਪਤਾ ਨਹੀਂ ਕਿਹੋ ਜੀ ਬਹੁਤ ਵੱਡੀ ਪਦਵੀ ਮੈਨੂੰ ਆਪਣੇ ਵੱਲੋਂ ਬਖਸ਼ ਦੇਣੀ ਹੈ। ਕਰ ਤੋ ਤਾਇ ਲੱਕੀ ਚੱਲ ਆਵਾ। ਇਹ ਵੀ ਬੜੀ ਤੇਜ਼ੀ ਕਰਦਾ ਹੋਇਆ ਜਦੋਂ ਸੂਬੇ ਦੀ ਕਚਹਿਰੀ ਦੇ ਨੇੜੇ ਪਹੁੰਚਿਆ ਸੀ। ਸਭਾ ਵਿਖੇ ਦੀਖਤ ਦੁਖ ਪਾਵਾ। ਪਰ ਜਦੋਂ ਬਾਬਾ ਟੋਡਰ ਮੱਲ ਜੀ ਨੂੰ ਪਤਾ ਲੱਗਿਆ ਵੀ ਹੁਣ ਤਾਂ ਉਹ ਜਿਹੜਾ ਪਰਮਾਤਮਾ ਦਾ ਭਾਣਾ
ਵਰਤ ਚੁੱਕਿਆ ਹੈ। ਸੁਨੀ ਨਰਨਤੀ ਇਨਹੋਂ ਪਰਹਾਰੀ। ਪਤਾ ਲੱਗਿਆ ਵੀ ਵਜੀਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੋਹਣੇ ਲਾਲ ਸ਼ਹੀਦ ਕਰ ਦਿੱਤੇ ਹਨ। ਪਰਮ ਦੁਖੀ ਚਿਤ ਮਹਿ ਤਿਸ ਬਾਰੀ। ਉਸ ਸਮੇਂ ਬਾਬਾ ਟੋਡਰ ਮੱਲ ਜੀ ਦੇ ਮਨ ਦੇ ਵਿੱਚ ਬੜੀ ਪੀੜਾ, ਬੜਾ ਦੁੱਖ ਪੈਦਾ ਹੋ ਗਿਆ ਸੀ ਜਦੋਂ ਇਹਨੇ ਫਿਰ ਵਜੀਦੇ ਦੇ ਪਾਸੋਂ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਦੀ ਮੰਗ ਕੀਤੀ। ਵਜ਼ੀਰ ਕਹਿ ਲੱਗਿਆ ਟੋਡਰ ਮੱਲ ਤੋਂ ਬੜਾ ਮੇਰਾ ਧਨਾੜ ਹੈ, ਜੇ ਧਰਤੀ ਖਰੀਦਣੀਆਂ ਦੇਖ ਲੈ, ਫਿਰ ਉੱਥੇ ਆ ਖੜੀ ਨੁੱਕਰ ਦੀਆਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਪੈਣਗੀਆਂ, ਤਾਂ ਫਿਰ ਤੈਨੂੰ ਥੋੜ੍ਹੀ ਵੈਤੀ ਜਿਹੜੀ ਜਗ੍ਹਾ ਸਤਿਗੁਰੂ ਜੀ ਦੇ ਲਾਲਾਂ ਦੇ ਸਰੀਰ ਸੰਸਕਾਰ ਕਰਨ ਵਾਸਤੇ ਪ੍ਰਾਪਤ ਹੋ ਸਕਦੀ ਹੈ। ਉਸ ਟਾਈਮ ਬਾਬਾ ਟੋਡਰ ਮੱਲ ਜੀ ਨੇ ਜਿਹੜੀਆਂ ਸੋਨੇ ਦੀਆਂ ਖੜੀਆਂ ਨੁੱਕਰਾਂ ਧਰਤੀ ਦੇ ਉੱਪਰ ਵਿਛਾ ਕੇ, ਜਿੱਥੇ ਅੱਜ ਕੱਲ੍ਹ ਸਤਿਗੁਰੂ ਜੀ ਦੇ ਲਾਲਾਂ ਦਾ ਕਿਤਨਾ ਬੜਾ ਸੁੰਦਰ ਸਥਾਨ ਫਤਿਹਗੜ੍ਹ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ। ਜੋਤੀ ਸਰੂਪ ਹਰੇਕ ਸਾਲ ਜਦੋਂ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਇਹ ਬਹੁਤ ਵੱਡਾ ਮਹਾਨ ਸ਼ਹੀਦੀ ਜੋੜ ਮੇਲਾ ਸੰਗਤਾਂ ਸਿੱਖ ਜਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ। ਉਸ ਟਾਈਮ 'ਤੇ ਦੇਸ਼ਾਂ ਵਿਦੇਸ਼ਾਂ 'ਚੋਂ ਬੜੀਆਂ ਸੰਗਤਾਂ ਵੀ ਉਹਨਾਂ ਮਹਾਨ ਸ਼ਹੀਦਾਂ ਦੀ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਹਨ। ਹਰੇਕ ਸਾਲ ਜਿਨ੍ਹਾਂ ਗੁਰ ਸਿੱਖਾਂ ਦੇ ਮਨ ਦੇ ਅੰਦਰ ਇਹੋ ਜਿਹਾ ਪਿਆਰ ਭਰਿਆ ਹੋਇਆ, ਉਹ ਫਿਰ 11, 12, 13 ਪੋਹ ਵਾਲੇ ਦਿਨ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਜੋ ਮਹਾਨ ਸ਼ਹਾਦਤ ਹੈ, ਜੋ ਇਹ ਪ੍ਰਸੰਗ ਹੈ, ਉਸ ਵਕਤ ਸੰਗਤਾਂ ਗੁਰੂ ਘਰ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਕਥਾਵਾਚਕ ਢਾਡੀ ਕਵੀਸ਼ਰਾਂ ਦੇ ਪਾਸੋਂ ਗੁਰੂ ਕੇ ਲਾਲਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਬਹੁਤ ਵੱਡੀਆਂ ਸ਼ਹਾਦਤਾਂ, ਉਹਨਾਂ ਦੇ ਬਾਰੇ ਸੰਗਤਾਂ ਤਕਰੀਬਨ ਹਰੇਕ ਸਾਲ ਹੀ ਸੁਣਦੀਆਂ ਰਹਿੰਦੀਆਂ ਹਨ। ਪਰ ਇਸ ਥਾਂ 'ਤੇ ਕਵੀ ਜੀ ਨੇ ਜਿਹੜਾ ਪ੍ਰਸੰਗ ਥੋੜ੍ਹਾ ਜਿਹਾ ਸੰਖੇਪ ਤੌਰ 'ਤੇ ਆਪਣੇ ਵੱਲੋਂ ਲਿਖਿਆ ਹੈ। ਬਾਬਾ ਟੋਡਰ ਮੱਲ ਜੀ ਨੇ ਇਹੋ ਜਿਹੀ ਮਹਾਨ ਸੇਵਾ ਕਰਕੇ ਆਪਣੀ ਜਿਹੜੀ ਯਾਦਗਾਰ ਉਹ ਵੀ ਦੇਖੋ ਦੁਨੀਆ ਦੇ ਅੰਦਰ ਸਦਾ ਦੇ ਲਈ ਅਮਰ ਕਰ ਲਈ ਹੈ। ਹੋਇਓ ਤਬ ਉਤਪਾਤ ਵਿਸਾਲਾ। ਦੇਖਿਆ ਵੀ ਸਰਹੰਦ ਦੀ ਧਰਤੀ ਦੇ ਉੱਪਰ ਬਹੁਤ ਵੱਡਾ ਇੱਕ ਪਾਰਾ, ਬਹੁਤ ਵੱਡਾ ਮਹਾਨ ਜ਼ੁਲਮ ਉਪਦਰਵ ਹੋ ਚੁੱਕਿਆ ਹੈ। ਕੰਪੀ ਧਰਤ ਆਏ ਪੁੰਚਾਲਾ। ਉਸ ਵਕਤ ਧਰਤੀ ਜਿਹੜੀ ਕੰਬਣ ਲੱਗ ਪਈ ਸੀ, ਬੜੇ ਬੜੇ ਭੁਚਾਲ ਆਉਣੇ ਸ਼ੁਰੂ ਹੋ ਗਏ ਜਦੋਂ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਉਸ ਧਰਤੀ ਦੇ ਉੱਪਰ ਇਹਨਾਂ ਜਲਾਦਾਂ ਦੇ ਵੱਲੋਂ ਸ਼ਹੀਦ ਕੀਤਾ ਗਿਆ ਸੀ। ਐਂਚਤ ਕੰਕਰ ਧੂਰ ਕਨੇਰੀ। ਹੁਣ ਹਵਾ ਦੇ ਵਿੱਚ ਰੋੜ ਵੀ ਠੀਕਰੀਆਂ, ਵੱਡੇ ਵੱਡੇ ਕੰਕਰ ਜਦੋਂ ਚਾਰੇ ਪਾਸਿਆਂ ਤੋਂ ਹੀ ਉੱਡਣ ਲੱਗ ਪਏ ਸਨ। ਬਹੀ ਵਾਯੂ ਬਹੁ ਫੇਰ ਕੋ ਫੇਰੀ। ਇਹੋ ਜੀ ਭਿਆਨਕ ਦੁਖਦਾਈ ਹਵਾ ਜਦੋਂ ਬੜੀ ਤੇਜ਼ੀ ਦੇ ਨਾਲ ਵਗਣ ਲੱਗ ਪਈ ਹੈ। ਸਭ ਹਿਨ ਕੀ ਲੋਚਨ ਰਜ ਭਰੀ। ਔਰ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਇਸ ਅੰਧੇਰੀ ਨੇ ਮਿੱਟੀ ਘੱਟੇ ਦੇ ਨਾਲ ਭਰ ਦਿੱਤੀਆਂ ਸਨ। ਕੋਕੀ ਬਹਿਰ ਸ਼ਿਵਾ ਮੁੱਦ ਭਰੀ। ਜਿਹੜੀਆਂ ਗਿੱਦੜੀਆਂ ਉਹ ਵੀ ਜੰਗਲਾਂ ਬਿਆਵਾਨਾਂ ਦੇ ਵਿੱਚ ਉਸ ਸਮੇਂ
ਵਾਂਕਣ ਲੱਗ ਪਈਆਂ ਸਨ। ਬਿਨ ਘਨ ਗਰਜ ਗਗਨ ਤੇ ਸੁਨੀ, ਆਕਾਸ਼ ਦੇ ਵਿੱਚ ਕਾਲੀ ਘਟਾ ਤੋਂ ਬਗੈਰ ਹੀ ਜਿਹੜੇ ਬੱਦਲ ਗਰਜਣ ਲੱਗ ਪਏ ਸਨ। ਸਭ ਪਛਤਾਵਤ ਮੁੰਡੀ ਧੁਨੀ, ਹੁਣ ਦੇ ਕਰਕੇ ਸਰਹੰਦ ਸ਼ਹਿਰ ਦੇ ਜਿਹੜੇ ਲੋਕ ਮਨ ਦੇ ਵਿੱਚ ਬੜਾ ਪਛਤਾਵਾ ਕਰਨ ਲੱਗ ਪਏ ਸੀ। ਜੋ ਸਿਆਣੇ ਬੁੱਧ ਕਰੈ ਵਿਚਾਰਨ, ਜਿਹੜੇ ਨੇ ਸ੍ਰੇਸ਼ਟ ਬੁੱਧੀ ਨੂੰ ਧਾਰਨ ਕਰਨ ਵਾਲੇ, ਉਹਨਾਂ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਸੋਚ ਲਈ ਸੀ ਭਇਓ ਕਹਿਰ ਵੱਡੋ ਕਰਤ ਉਚਾਰਨ, ਵੀ ਇਹ ਤਾਂ ਇਸ ਧਰਤੀ ਦੇ ਉੱਪਰ ਬਹੁਤ ਵੱਡਾ ਇੱਕ ਕਹਿਰ ਹੀ ਗੁਜ਼ਰ ਚੁੱਕਿਆ ਹੈ। ਉਠੈ ਉਪਦਰਵ ਰਾਜ ਵਿਦੁੰਸੈ, ਹੁਣ ਇਹਨਾਂ ਤੁਰਕਾਂ ਮੁਗਲਾਂ ਪਠਾਣਾਂ ਦੇ ਸਾਰੇ ਪਾਸਿਆਂ ਤੋਂ ਰਾਜ ਭਾਗ ਨਾਸ ਹੋ ਜਾਣੇ ਹਨ। ਹੋਈ ਬਿਨਾਸ਼ੀ ਤੁਰਕ ਨਿਸੰਸੈ, ਇਸ ਹਕੀਕਤ ਦੇ ਵਿੱਚ ਕੋਈ ਸੰਸ਼ੈ ਵਾਲੀ ਗੱਲ ਨਹੀਂ ਬਾਕੀ ਰਹਿ ਗਈ। ਬਿਨਾਂ ਦੁਸ਼ਟਾਂ ਪਾਪੀਆਂ ਦੇ ਤੇਜ ਪ੍ਰਤਾਪ ਨਾਸ ਹੋਣ ਨੂੰ ਕੋਈ ਵੀ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਦੇਰ ਨਹੀਂ ਲੱਗਣੀ ਹੈ। ਸਕਲ ਕੋ ਕਰਮ ਕੁਲਛਨ ਹੀ ਦੀ, ਹੁਣ ਇਹੋ ਜਿਹੇ ਵੱਡੇ ਵੱਡੇ ਜ਼ੁਲਮ, ਵੱਡੇ ਵੱਡੇ ਉਪਦਰਵਾਂ ਨੂੰ ਦੇਦਿਆਂ ਹੋਇਆਂ ਸਿਆਣੇ ਲੋਕਾਂ ਨੇ ਤਾਂ ਆਪਣੇ ਆਪ ਹੀ ਹਿਰਦੇ ਦੇ ਵਿੱਚ ਇਹ ਸੋਚ ਲਈ ਹੈ। ਟੋਡਰ ਮਲ ਹੋਏ ਦੁਖੀ ਕਨੀਰੀ, ਬਾਬਾ ਟੋਡਰ ਮਲ ਉਹਦੇ ਸੀਨੇ ਦੇ ਉੱਪਰ ਵੀ ਬੜੀ ਗਹਿਰੀ ਸੱਟ ਵੱਜ ਚੁੱਕੀ ਸੀ। ਕਮਨਿਓ ਤੁਰਤ ਮਾਤ ਜਹ ਬੈਸੀ, ਪਰ ਉਧਰੋਂ ਜਗਤ ਮਾਤਾ ਗੁਜਰ ਕੌਰ ਜੀ 13 ਪੋਹ ਨੂੰ ਆਪਣੇ ਸੋਹਣੇ ਪੋਤਰਿਆਂ ਦੀ ਉਡੀਕ ਕਰ ਰਹੇ ਸੀ ਵੀ ਪਹਿਲਾਂ ਵੀ ਜਦੋਂ ਹੋ ਜਾਂਦੀ ਕਚਹਿਰੀ ਬਰਖਾਸਤ 11-12 ਪੋਹ ਨੂੰ ਸਤਿਗੁਰੂ ਜੀ ਦੇ ਲਾਲ ਦਾਦੀ ਮਾਤਾ ਜੀ ਦੇ ਪਾਸ ਪਹੁੰਚ ਜਾਂਦੇ ਸੀ। ਅੱਜ ਵੀ ਮਾਤਾ ਜੀ ਆਪਣੇ ਸੋਹਣੇ ਪੋਤਰਿਆਂ ਦੀ ਉਡੀਕ ਮਨ ਦੇ ਵਿੱਚ ਕਰ ਰਹੇ ਸਨ। ਪਰ ਜਦੋਂ ਬਾਬਾ ਮੋਤੀ ਮਹਿਰਾ ਜੀ, ਜਿਸ ਨੇ 3 ਦਿਨ ਨਿਰੰਤਰ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ, ਉਸ ਨੇ ਫਿਰ ਆ ਕਰਕੇ ਜਦੋਂ ਮਾਤਾ ਜੀ ਦੇ ਪਾਸ ਦੁਖਦਾਈ ਖਬਰ ਆਪਣੇ ਵੱਲੋਂ ਦੱਸਣੀ ਕੀਤੀ ਹੈ। ਚਿੰਤਾ ਬਸ ਥਿਰ ਮੂਰਤ ਜੈਸੀ, ਹੁਣ ਇਹ ਵੀ ਵਿਚਾਰਾ ਮਾਨੋ ਇੱਕ ਚਿੰਤਾ ਦਾ ਰੂਪ ਧਾਰਨ ਕਰੀ ਬੈਠਾ ਸੀ। ਕਰਤ ਪ੍ਰਤੀਖਨ ਪੌਤਰਨ ਕੀਰੀ, ਮਾਤਾ ਜੀ ਠੰਡੇ ਵਰ ਦੇ ਵਿੱਚ ਬੈਠਿਆਂ ਹੋਏ ਆਪਣੇ ਸੁੰਦਰ ਪੋਤਰਿਆਂ ਦੀ ਮਨ ਦੇ ਵਿੱਚ ਉਡੀਕ ਕਰ ਰਹੇ ਸਨ। ਸਭਾ ਵਿਖੈਤੀ ਆਵਹਿ ਪੀਰੀ, ਵੀ ਅੱਜ ਵੀ ਪਹਿਲੇ ਦਿਨਾਂ ਦੇ ਸਮਾਨ ਮੇਰੇ ਸੋਹਣੇ ਪੋਤਰਿਆਂ ਨੇ ਮੇਰੇ ਕੋਲ ਵਾਪਸ ਆ ਜਾਣਾ ਹੈ। ਰਹਿ ਕੈਦ ਕਿਸ ਬਿਦ ਛੁੱਟ ਜੈ ਹੈ, ਵੀ ਕਦੇ ਨਾ ਕਦੇ ਇੱਥੋਂ ਸਾਡਾ ਵੀ ਛੁਟਕਾਰਾ ਹੋ ਜਾਏਗਾ। ਜੀਵਤ ਪੁੰਨ ਸਭ ਹੂੰ ਸੁਖ ਪੈ ਹੈ, ਜਦ ਜੀ ਬੜੇ ਸਾਨੂੰ ਸੁਖ ਵੀ ਪ੍ਰਾਪਤ ਹੋ ਜਾਣੇ ਹਨ। ਹਤ ਬ੍ਰਹਮਨ ਕੀ ਚੋਰ ਇਕੀਲੀ, ਉਹ ਸਮੇਂ ਬਾਰ ਮਾਤਾ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਹਿਰਦੇ ਦੇ ਅੰਦਰ ਉਡੀਕ ਕਰ ਰਹੇ ਨੇ। ਗਏ ਤੁਰਕ ਜਹ ਸਭਾ ਸਕੀਲੀ, ਪਹਿਲਾਂ ਵੀ 2 ਦਿਨ ਸਤਿਗੁਰੂ ਜੀ ਦੇ ਲਾਲ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੀ ਕਚਹਿਰੀ ਦੇ ਵਿੱਚ ਚੱਲ ਕਰਕੇ ਪੇਸ਼ ਹੋਏ ਸਨ। ਅਬ ਐਹ ਬੀਤਿਓ ਚਿਰਕਾਲ, ਵੀ ਹੁਣ ਤਾਂ ਕਾਫੀ ਟਾਈਮ ਹੋ ਗਿਆ ਨੂੰ। ਥੋੜੇ ਵਕਤ ਤੋਂ ਬਾਅਦ ਮੇਰੇ ਪਾਸ ਉਹਨਾਂ ਨੇ ਹਾਜ਼ਰ ਹੋ ਜਾਣਾ ਹੈ। ਇਮ ਮਾਤਾ ਚਿਤ ਚਿੰਤ ਵਿਸਾਲ, ਇਉਂ ਮਾਤਾ ਜੀ ਆਪਣੇ ਹਿਰਦੇ ਦੇ ਅੰਦਰ ਇਹੋ ਜਿਹੀਆਂ ਬੜੀਆਂ ਵਿਚਾਰਾਂ ਕਰ ਰਹੇ ਸੀ। ਇਤਨੇ ਮਹਿ ਟੋਡਰ ਮਲ ਗਇਓ, ਇਤਨੇ ਨੂੰ ਬਾਬਾ ਮੋਤੀ ਮਹਿਰਾ ਉਹ ਵੀ
ਮਾਤਾ ਜੀ ਦੇ ਪਾਸ ਚੱਲ ਕਰਕੇ ਪਹੁੰਚ ਗਏ ਹੈ। ਹਾਥ ਜੋਰ ਪਗ ਬੰਦਤ ਭਇਓ। ਇਹਨੇ ਪਹਿਲਾਂ ਆਉਣ ਸਾਰ ਦੋਵੇਂ ਹੱਥ ਜੋੜ ਕੇ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਸੀ। ਬੇਬਲ ਅਸਵਨ ਬਦਨ ਪਖਾਰਾ। ਹੁਣ ਇਤਨੀ ਇਹਦੇ ਦਿਲ ਦੇ ਅੰਦਰ ਉੱਪਰ ਸੱਟ ਵੱਜ ਚੁੱਕੀ ਹੈ। ਹਿਰਦੇ ਦੇ ਅੰਦਰ ਬੜਾ ਜਿਹੜਾ ਵਿਛੋੜੇ ਦਾ ਦੁੱਖ ਵੀ ਪੈਦਾ ਹੋ ਚੁੱਕਿਆ ਸੀ। ਰੋਕਿਓ ਕੰਠ ਨਹਿ ਜਾਈ ਉਚਾਰਾ। ਵਿਛੋੜੇ ਦੀ ਪੀੜਾ ਦੇ ਕਾਰਨ ਬਾਬਾ ਮੋਤੀ ਮਹਿਰਾ ਜੀ ਦਾ ਜਿਹੜਾ ਗਲ ਰੁਕ ਗਿਆ ਜ਼ੁਬਾਨ ਤੋਂ। ਹੁਣ ਇਹ ਜਿਹੜੀ ਬੜੇ ਦੁਖਦਾਈ ਵਾਰਤਾ ਇਹਨੂੰ ਦੱਸਣੀ ਬੜੀ ਔਖੀ ਹੋ ਗਈ ਹੈ। ਦੀਖ ਦਸ਼ਾ ਤਿਸ ਕੀ ਦੁਖ ਵਾਰੀ। ਜਦੋਂ ਮਾਤਾ ਜੀ ਨੇ ਦੇਖਿਆ ਵੀ ਇਹ ਤਾਂ ਬੋਲਦਾ ਹੀ ਨਹੀਂ, ਅੱਗੇ ਤਾਂ ਕਰਕੇ ਬਚਨ ਬਿਲਾਸ ਕਰਿਆ ਕਰਦਾ ਸੀ, ਅੱਜ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੈ। ਉਠਿਓ ਹਾਲ ਔਰ ਮਾਤ ਵਿਚਾਰੀ। ਬਾਰ ਬਾਰ ਮਾਤਾ ਜੀ ਉਹਦੇ ਨੇ, ਪੁੱਤਰ ਕੀ ਗੱਲ ਹੋ ਗਈ, ਅੱਜ ਤੋਂ ਮੇਰੇ ਪਾਸ ਆ ਕਰਕੇ ਚੰਗੀ ਤਰ੍ਹਾਂ ਕਿਉਂ ਨਹੀਂ ਗੱਲਬਾਤ ਕੀਤੀ ਹੈ। ਕਹੋ ਭਾਈ ਤੂੰ ਆਇਓ ਕੌਣ। ਮਾਤਾ ਜੀ ਬਾਰ ਬਾਰ ਬਾਬਾ ਮੋਤੀ ਮਹਿਰਾ ਜੀ ਦੇ ਪਾਸੋਂ ਪੁੱਛਦੇ ਹਨ, ਕਿਉਂ ਅਤ ਦੁਖੀ ਹੇਤ ਕਹੋ ਤੌਣ। ਵੀ ਇਤਨਾ ਦੁੱਖ ਇਤਨੀ ਪੀੜਾ ਤੇਰੇ ਦਿਲ ਦੇ ਅੰਦਰ ਕਿਉਂ ਪੈਦਾ ਹੋ ਗਈ ਹੈ। ਕਿਆ ਬੂਝਤ ਬੈਠੀ ਅਬ ਮਾਤ। ਮਸਾ ਮਸਾ ਬਾਬਾ ਮੋਤੀ ਮਹਿਰਾ ਜੀ ਦੀ ਜ਼ਬਾਨ ਤੋਂ ਗੁਰੂ ਕੇ ਲਾਲਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਸ ਨੂੰ ਦੱਸਣ ਵਾਸਤੇ ਇਹੋ ਜਿਹੇ ਸ਼ਬਦ ਨਿਕਲੇ ਸਨ। ਮਰਤ ਪਿਖੇ ਮੈਂ ਦਵੈ ਗੁਰ ਤਾਤ। ਕਹਿ ਲੱਗਿਆ, ਮਾਤਾ ਜੀ ਮੈਂ ਬਹੁਤ ਮਾੜੇ ਭਾਗਾਂ ਵਾਲਾ ਹਾਂ। ਗੁਰੂ ਕੇ ਲਾਲਾਂ ਦੀ ਜਿਹੜੀ ਕੁਰਬਾਨੀ ਦੇ ਕਰਕੇ ਫਿਰ ਵੀ ਮੈਂ ਤੇਰੇ ਪਾਸ ਜਿਉਂਦਾ ਹੀ ਮੁੜ ਕਰਕੇ ਆ ਗਿਆ। ਮੇਰੇ ਨਾਲੋਂ ਤਾਂ ਜਿਹੜੇ ਛੱਪੜਾਂ ਦਾ ਜੋ ਘਰ ਹੈ ਉਹ ਚੰਗਾ ਹੈ, ਵੀ ਜੇ ਗਰਮੀ ਪੈ ਗਈ ਛੱਪੜਾਂ ਦਾ ਗਾਰਾ ਫਟ ਕਰਕੇ ਉਹ ਵੀ ਦੋ ਟੁਕੜੇ ਹੋ ਜੂ। ਸਾਡੇ ਨਾਲੋਂ ਤਾਂ ਉਹ ਛੱਪੜਾਂ ਦੇ ਗਾਰੇ ਵੀ ਕਈ ਗੁਣਾ ਚੰਗੇ ਹਨ। ਦੇ ਕਰਕੇ ਅਜੇ ਤੱਕ ਮੇਰਾ ਸੀਨਾ ਨਹੀਂ ਫਟਿਆ। ਮੈਂ ਜਿਉਂਦੇ ਜੀ ਤੁਹਾਡੇ ਪਾਸ ਚੱਲ ਕਰਕੇ ਪਹੁੰਚ ਗਿਆ। ਜੀਵਤ ਰਹਿਓ ਫਟੀ ਨਹਿ ਛਾਤੀ। ਅਜੇ ਤੱਕ ਵੀ ਮੇਰੀ ਛਾਤੀ ਫਟੀ ਨਹੀਂ। ਪਤਾ ਨਹੀਂ ਮੈਂ ਕਿਵੇਂ ਪ੍ਰਾਣ ਸਰੀਰ ਦੇ ਅੰਦਰ ਧਾਰਨ ਕੀਤੇ ਹੋਏ ਹਨ। ਮੋਤੀ ਕੋਮਲ ਪਾਹਨ ਜਾਤੀ। ਕਹਿ ਲੱਗਿਆ ਵੀ ਮੇਰੇ ਨਾਲੋਂ ਤਾਂ ਜਿਹੜੇ ਪੱਥਰ ਵੀ ਉਹ ਬੜੇ ਕੋਮਲ ਹਨ। ਮੈਂ ਨਿਰਭਾਗ ਬਤਾਵਨ ਆਇਓ। ਮਾਤਾ ਜੀ ਕਿਤਨੀ ਮੇਰੀ ਮਾੜੀ ਕਿਸਮਤ ਹੈ, ਜਿਉਂਦਾ ਜੀ ਮੈਂ ਤੁਹਾਡੇ ਪਾਸ ਆ ਕਰਕੇ ਹੋ ਜੇ। ਦੁੱਖਾਂ ਦੇ ਨਾਲ ਭਰੇ ਹੋਏ ਲਫ਼ਜ਼ ਦੱਸੇ ਹਨ। ਨਹਿ ਗੁਰ ਪੁੱਤਰਨ ਸੰਗ ਸਿਧਾਇਓ। ਮੈਂ ਆਪਣਾ ਸਰੀਰ ਤਿਆਗ ਕਰਕੇ ਗੁਰੂ ਕੇ ਲਾਲਾਂ ਦੇ ਨਾਲ ਹੀ ਬੈਕੁੰਠਾਂ ਨੂੰ ਕਿਉਂ ਨਹੀਂ ਗਿਆ। ਇਹ ਦੁੱਖ ਹੈ, ਪੇੜ ਪੀੜਾ ਮੇਰੇ ਮਨ ਦੇ ਅੰਦਰ ਬਾਰ-ਬਾਰ ਪੈਦਾ ਹੋ ਰਹੀ ਹੈ। ਕਰ ਕੋ ਦਰਬ ਸਰਬ ਮੈਂ ਦੀਤ। ਮੈਂ ਤਾਂ ਬੜੀ ਮਾਇਆ ਦੇਣ ਵਾਸਤੇ ਵੀ ਤਿਆਰੀ ਕੀਤੀ ਹੋਈ ਸੀ। ਜਿਉ ਕਿਉ ਕਰ ਬਚਾਈ ਸੋ ਲੀਤ। ਬਾਬਾ ਮੋਤੀ ਮਹਿਰਾ ਜੀ ਨੇ ਇਹ ਜਿਹੜੀ ਦੁਖਦਾਈ ਘਟਨਾ ਆਪਣੇ ਵੱਲੋਂ ਜਾ ਕਰਕੇ ਮਾਤਾ ਜੀ ਦੇ ਪਾਸ ਦੱਸੀ। ਇੱਥੇ ਭਾਵੇਂ ਭਾਈ ਸਾਹਿਬ ਜੀ ਨੇ ਬਾਬਾ ਟੋਡਰਮਲ ਜੀ ਦਾ ਨਾਮ ਲਿਖਿਆ, ਪਰ ਜਦੋਂ ਵੀ ਸਿਆਣੇ ਗੁਰ ਸਿੱਖ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਬਾਰੇ ਸੁਣਦੇ ਹਨ, ਉੱਥੇ ਵੀ ਫਿਰ ਬਾਬਾ ਮੋਤੀ ਮਹਿਰਾ ਜੀ ਦਾ ਹੀ ਨਾਮ ਸੰਗਤਾਂ ਦੇ ਵਿੱਚ ਦੱਸਿਆ ਜਾਂਦਾ ਹੈ। ਜਦੋਂ
ਕਹਿੰਦੇ ਵਜ਼ੀਰ ਖਾਨ ਨੂੰ ਪਤਾ ਲੱਗਿਆ ਇੱਕ ਛੋਟਾ ਜਿਹਾ ਜਿਹੜਾ ਇਤਿਹਾਸ ਵਰਤਮਾਨ ਸਮੇਂ ਦੇ ਵਿੱਚ ਬਾਬਾ ਮੋਤੀ ਮਹਿਰਾ ਜੀ ਦੇ ਬਾਰੇ ਲਿਖਿਆ ਹੋਇਆ ਹੈ। ਇੱਕ ਬੜੇ ਮਹਾਨ ਵਿਦਵਾਨ ਭਾਈ ਕਿਸ਼ਨ ਸਿੰਘ ਜੀ ਹੋਏ ਨੇ, ਉਹਨਾਂ ਨੇ ਇਹ ਜਿਹੜੀ ਹਕੀਕਤ ਲਿਖੀ ਹੈ ਵੀ ਗੰਗੂ ਬ੍ਰਾਹਮਣ ਦਾ ਇੱਕ ਭਾਈ ਪੰਬਾ ਨਾਮ ਕਰਕੇ ਇਹ ਵੀ ਬਾਬਾ ਮੋਤੀ ਮਹਿਰਾ ਜੀ ਦੇ ਨਾਲ ਹੀ ਉੱਥੇ ਜੇਲ੍ਹ ਦੇ ਵਿੱਚ ਨੌਕਰੀ ਕਰਿਆ ਕਰਦਾ ਸੀ। ਪਤਾ ਲੱਗਿਆ ਵੀ ਬਾਬਾ ਮੋਤੀ ਮਹਿਰਾ ਜੀ ਨੇ ਸਤਿਗੁਰੂ ਜੀ ਦੇ ਲਾਲਾਂ ਦੀ ਕੀਤੀ ਹੈ ਸੇਵਾ। ਕਾਫੀ ਟਾਈਮ ਤੋਂ ਬਾਅਦ ਜਾ ਕਰਕੇ ਨੇ ਆਪਣੇ ਵੱਲੋਂ ਚੁਗਲੀ ਕੀਤੀ, ਪਰ ਬਾਬਾ ਟੋਡਰ ਮੱਲ ਜੀ ਨੇ ਉਸ ਟਾਈਮ 'ਤੇ ਜਦੋਂ ਧਰਤੀ ਦੇ ਉੱਪਰ ਜਿਹੜੀਆਂ ਸੋਨੇ ਦੀਆਂ ਮੋਹਰਾਂ ਖੜੀ ਨੁੱਕਰ ਦੀਆਂ ਵਿਛਾ ਕਰਕੇ ਉਹ ਜਗ੍ਹਾ ਮੁੱਲ ਖਰੀਦੀ, ਉਸ ਟਾਈਮ 'ਤੇ ਬਾਬਾ ਮੋਤੀ ਮਹਿਰਾ ਜੀ ਤੋਂ ਬਗੈਰ ਕੋਈ ਵੀ ਜਿਹੜਾ ਗੁਰੂ ਕੇ ਲਾਲਾਂ ਦੀ ਹਮਦਰਦੀ ਜ਼ਾਹਰ ਕਰਨ ਵਾਸਤੇ ਨਹੀਂ ਸੀ ਪਹੁੰਚਿਆ। ਬਾਬਾ ਟੋਡਰ ਮੱਲ ਜੀ ਨੇ ਕਹਿੰਦੇ 4 ਮਜ਼ਦੂਰ ਲਿਆਂਦੇ ਆਪ, ਉਹਨਾਂ ਨੂੰ ਫਿਰ ਮਾਤਾ ਜੀ ਦਾ ਜਿਹੜਾ ਵਿਵਾਨ ਚੁਕਵਾਇਆ ਸੀ ਬਾਬਾ ਜ਼ੋਰਾਵਰ ਸਿੰਘ ਜੀ ਦਾ, ਜਿਸਮ ਸੁੰਦਰ ਦਸ਼ਾਲਿਆਂ ਦੇ ਵਿੱਚ ਲਪੇਟ ਕਰਕੇ ਆਪ ਮੋਢਿਆਂ 'ਤੇ ਚੁੱਕਿਆ। ਬਾਬਾ ਫਤਿਹ ਸਿੰਘ ਜੀ ਨੂੰ ਫਿਰ ਇਹਨਾਂ ਨੇ ਆਪਣੇ ਘਰ ਵਾਲੀ ਨੂੰ ਚੁਕਵਾਇਆ ਸੀ। ਬਾਬਾ ਟੋਡਰ ਮੱਲ ਜੀ ਨੇ ਵੀ ਬਹੁਤ ਵੱਡੀ ਇੱਕ ਜਿਹੜੀ ਮਾਨ ਸੇਵਾ ਕੀਤੀ ਸੀ। ਪਰ ਜਦੋਂ ਇਹ ਵਜ਼ੀਰ ਖਾਨ ਦੇ ਪਾਸ ਇਹ ਪੰਮੇ ਨੇ ਖਬਰ ਪਹੁੰਚਾਈ, ਉਹਨੇ ਫਿਰ ਬਾਬਾ ਮੋਤੀ ਮਹਿਰਾ ਜੀ ਦਾ ਸਾਰਾ ਹੀ ਪਰਿਵਾਰ ਕੋਲੂ ਦੇ ਵਿੱਚ ਪੜਵਾ ਦਿੱਤਾ ਸੀ। ਕਿਆ ਮੈਂ ਕਰੂੰ ਬਤਾਵਨ ਕੋਈ। ਹੁਣ ਬਾਬਾ ਮੋਤੀ ਮਹਿਰਾ ਜੀ ਰੋ ਰੋ ਕੇ ਇਹ ਸਾਰੀ ਜਿਹੜੀ ਘਟਨਾ ਮਾਤਾ ਜੀ ਦੇ ਪਾਸ ਦੱਸਣ ਲੱਗ ਪਏ ਸਨ। ਨਹਿ ਸਿੱਖੀ ਮਮ ਸਾਬਤ ਹੋਈ। ਕਹਿ ਲੱਗਿਆ ਵੀ ਮੈਂ ਤਾਂ ਆਪਣੀ ਸਿੱਖੀ ਨੂੰ ਵੀ ਸਾਬਤ ਨਹੀਂ ਰੱਖ ਸਕਿਆ। ਕਿਤਕ ਕਾਲ ਮੈਂ ਪ੍ਰਾਨ ਨਿਕਾਰੀ। ਹੁਣ ਸਮੇਂ ਜਗਤ ਮਾਤਾ ਗੁਜਰ ਕੌਰ ਜੀ ਇਹ ਵੀ ਬੜੇ ਜੋਗਾ ਅਭਿਆਸੀ ਸਨ। ਮਹਾਰਾਜ ਦੇ ਇਹ ਜਿਹੜੇ ਪ੍ਰਵਚਨ ਸਾਰੇ ਪ੍ਰੇਮੀ ਤਕਰੀਬਨ ਆਮ ਤੌਰ 'ਤੇ ਸੁਣਦੇ ਹੀ ਰਹਿੰਦੇ ਨੇ। ਤਾਤ ਮਾਤ ਮੁਰ ਅਲਖ ਰਾਧਾ ਬਹੁਵਿਧ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਉਹ ਲੱਖ ਕੀ ਸੇਵਾ ਤਾਂ ਤੇ ਭੇ ਪਰ ਸੰਨ ਗੁਰ ਦੇਵਾ। ਉਸ ਸਮੇਂ ਮਾਤਾ ਜੀ ਨੇ ਵੀ ਫਿਰ ਸੁਣ ਕਰਕੇ ਆਪਣਾ ਸਰੀਰ ਤਿਆਗਣ ਦੇ ਲਈ ਤਿਆਰੀ ਕਰ ਲਈ ਹੈ। ਮਿਲ ਪੌਤਰ ਨਾ ਗੁਰਪੁਰੀ ਪਧਾਰੀ। ਮਾਤਾ ਜੀ ਵੀ ਲਗਾ ਕਰਕੇ ਨਾ ਚੌਂਕੜਾ ਆਪਣਾ ਜਿਹੜਾ ਸਰੀਰ ਉਸੇ ਵਕਤ ਤਿਆਗ ਕਰਕੇ ਆਪਣੇ ਪੋਤਰਿਆਂ ਦੇ ਪਾਸ ਪਹੁੰਚ ਗਏ ਸਨ। ਤਿੰਨੋਂ ਤਨ ਟੋਡਰ ਸੰਸਕਾਰੀ। ਇਹ ਜਿਹੜੀ ਸਰੀਰਾਂ ਦੇ ਸੰਸਕਾਰ ਕਰਨ ਦੀ ਸੇਵਾ ਉਹ ਬਾਬਾ ਟੋਡਰ ਮੱਲ ਜੀ ਨੇ ਆਪਣੇ ਵੱਲੋਂ ਕੀਤੀ ਸੀ। ਚੁਨੇ ਪੁਸ਼ਪ ਬਾਸਨ ਮਹਿਡਾਰੀ। ਜਿਹੜੇ ਸੀ ਫੁੱਲ ਚੋ ਕਰਕੇ ਉਹ ਬਰਤਨ ਦੇ ਵਿੱਚ ਪਾ ਕਰਕੇ ਦਵਾ ਦਿੱਤੇ ਸਨ। ਸਭ ਸਿੱਕਨ ਮਿਲ ਤਹਾਂ ਦਬਾਈ। ਉਸ ਟਾਈਮ 'ਤੇ ਕੋਈ ਵੀ ਜਿਹੜਾ ਜ਼ਾਲਮ ਸਰਕਾਰ ਤੋਂ ਡਰਦਾ ਹੋਇਆ ਨੇੜੇ ਆਇਆ ਹੀ ਨਹੀਂ। ਬਾਬਾ ਟੋਡਰ ਮੱਲ ਜੀ ਜਾਂ ਫਿਰ ਉਹਨਾਂ ਦੇ ਘਰੋਂ ਜੋ ਬੀਬੀ ਜੀ ਸਨ, ਇਸੇ ਤਰ੍ਹਾਂ
ਬਾਬਾ ਮੋਤੀ ਮਹਿਰਾ ਜੀ ਇਹ ਉਸ ਟਾਈਮ 'ਤੇ ਹਾਜ਼ਰ ਹੋਏ ਸਨ। ਇਮ ਮਾਹੀ ਸਭ ਗਾਥ ਸੁਨਾਈ। ਇਹ ਜਿਹੜਾ ਸੀ ਮਾਹੀ ਰਾਏ ਕਲੇ ਦਾ ਨੌਕਰ, ਇਹਨੇ ਸਾਰੀ ਜਿਹੜੀ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਵਾਰਤਾ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਹੈ। ਸੁਨਹੁ ਗੁਰੂ ਜੀ ਸਕਲ ਪ੍ਰਸੰਗ। ਸਤਿਗੁਰੂ ਸੱਚੇ ਪਾਤਸ਼ਾਹ ਆਪ ਸਾਰੀ ਵਾਰਤਾ ਸੁਣਨੇ ਕਰੋ। ਇਕ ਸਿੱਖ ਨੇ ਭਾਖਿਓ ਮੁਝ ਸੰਗ। ਇਹ ਜਿਹੜੀ ਦੁਖਦਾਈ ਘਟਨਾ ਇੱਕ ਗੁਰ ਸਿੱਖ ਨੇ ਮੈਨੂੰ ਆਪ ਪਾਸ ਬਿਠਾ ਕਰਕੇ ਦੱਸੀ ਹੈ। ਸੋ ਮੈਂ ਰਾਬਰ ਪਾਸ ਬਤਾਵਾ। ਉਹ ਜਿਹੜੀ ਹਕੀਕਤ ਵਾਰਤਾ ਮੈਂ ਉਸੇ ਤਰ੍ਹਾਂ ਜਿਵੇਂ ਸੁਣੀ ਹੈ ਆਪਦੇ ਚਰਨਾਂ 'ਚ ਬੇਨਤੀ ਕਰ ਦਿੱਤੀ ਹੈ। ਦਿਜ ਕੀ ਸੁਨਹੁ ਜਥਾ ਫਲ ਪਾਵਾ। ਉਧਰਾ ਜਿਹੜਾ ਸੀ ਗੰਗੋ ਬ੍ਰਾਹਮਣ ਦੋਟ ਪਾਪੀ, ਉਹਦੇ ਬਾਰੇ ਸੁਣ ਲਓ ਵੀ ਕਿਹੋ ਜਿਹਾ ਉਹਨੂੰ ਵੀ ਫਲ ਪ੍ਰਾਪਤ ਹੋਇਆ ਸੀ। ਤੁਰਕਨ ਸੁਨੀ ਰਹਿਓ ਧਨ ਇਸ ਕੀ। ਜਦੋਂ ਤੁਰਕਾਂ ਮੁਗਲਾਂ ਪਠਾਣਾਂ ਨੂੰ ਲੱਗਿਆ ਪਤਾ ਵੀ ਇਹਦੇ ਘਰ ਦੇ ਵਿੱਚ ਤਾਂ ਇੱਕ ਸੋਨੇ ਦੀਆਂ ਜਿਹੜੀਆਂ ਮੋਹਰਾਂ ਦੇ ਨਾਲ ਭਰੀ ਹੋਈ ਖੁਰਜੀ ਰਹਿ ਚੁੱਕੀ ਹੈ। ਢਾਈ ਸਿਪਾਹੀ ਗਮਨੇ ਤਿਸ ਕੀ। ਉਸੇ ਵਕਤ ਗੰਗੂ ਪੰਡ ਦੇ ਘਰ ਦੇ ਵਿੱਚ ਬਹੁਤ ਸਾਰੇ ਜ਼ਾਲਮ ਪਾਪੀ ਸਿਪਾਹੀ ਚੱਲ ਕਰਕੇ ਪਹੁੰਚ ਗਏ ਸਨ। ਸਕਲ ਕੁਟੰਬ ਬਾਂਧ ਕਰ ਆਨਾ। ਔਰ ਸਰ ਉਹਨਾਂ ਨੇ ਸਾਰੇ ਪਰਿਵਾਰ ਦੀਆਂ ਮੁਸ਼ਕਾਂ ਬੰਨ ਲਈਆਂ ਸਨ। ਦਈ ਸਜਾਏ ਮਾਰ ਕਰ ਨਾਨਾ। ਮਾਰ ਮਾਰ ਕਰਕੇ ਡਾਂਗਾ ਬੜੀ ਸਜ਼ਾ ਇਹਨਾਂ ਨੂੰ ਦੇਣ ਲੱਗ ਪਏ ਸੀ। ਜੇ ਤਲ ਤਿਹ ਦੀਨਾਰ ਦਬਾਈ। ਔਰ ਜਿੱਥੇ ਉਹਨੇ ਪਹਿਲਾਂ ਹੀ ਰਾਤ ਨੂੰ ਜਿਹੜੀ ਖੁਰਜੀ ਸੋਨੇ ਦੀਆਂ ਮੋਹਰਿਆਂ ਦੇ ਨਾਲ ਭਰੀ ਹੋਈ ਥੱਲੇ ਦਵਾਈ ਸੀ, ਰਹਿਓ ਖੋਜ ਸੋ ਹਾਥ ਨਾ ਆਈ। ਬਥੇਰਾ ਉਹਨਾਂ ਨੇ ਧਰਤੀ ਪੁੱਟ ਪੁੱਟ ਕਰਕੇ ਦੇਖਿਆ ਪਰ ਕਿਤੋਂ ਵੀ ਉਹ ਜਿਹੜੀ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਖੁਰਜੀ ਇਹਨਾਂ ਦੋਟਾ ਪਾਪੀਆਂ ਦੇ ਵੀ ਹੱਥਾਂ ਵੀ ਨਹੀਂ ਲੱਗੀ ਹੈ। ਮਾਰੀ ਦਾ ਤੁਰਕਨ ਤੇ ਮਰਿਓ। ਉਹ ਹੁਣ ਮਾਰ ਮਾਰ ਕਰਕੇ ਮਸ਼ਕਾਂ ਨੂੰ ਪੌਦੇ ਨੇ ਵੀ ਦੱਸ ਕਿੱਥੇ ਤਾਂ ਉਹ ਖੁਰਜੀ ਧਰਤੀ ਦੇ ਵਿੱਚ ਦੱਬੀ ਹੈ। ਤਾਤ ਕਾਲ ਫਲ ਭੋਗਨ ਕਰਿਓ। ਗਾਗੂ ਬ੍ਰਾਹਮਣ ਨੇ ਵੀ ਇਸ ਬੜੇ ਘੋਰ ਜ਼ੁਲਮ ਦਾ ਜਿਹੜਾ ਫਲ ਭੁਗਤ ਲਿਆ ਸੀ। ਤਬ ਸਤਿਗੁਰੂ ਪਰਿਅੰਕ ਥਿਰੀ। ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਰਾਏ ਕੱਲੇ ਦੇ ਪਾਸ ਪਲੰਗ ਦੇ ਉੱਪਰ ਬੈਠੇ ਸਨ। ਦੋਨੋਂ ਚਰਨ ਧਰਾ ਪਰ ਧਰੀ। ਦੀਨ ਦੁਨੀਆ ਦੇ ਮਾਲਕ ਨੇ ਆਪਣੇ ਜਿਹੜੇ ਚਰਨ ਉਸ ਪਲੰਗੇ ਤੋਂ ਇਹ ਥੱਲੇ ਨੂੰ ਲਮਕਾਏ ਹੋਏ ਸੀ। ਬੋਟ ਕਰੋ ਕਾਹੂ ਕੋ ਹੀਰੀ। ਨੇੜੇ ਇੱਕ ਬਹੁਤ ਵੱਡਾ ਜਿਹੜਾ ਕਾਹੀਂ ਦਾ ਬੂਟਾ ਖੜਾ ਸੀ। ਤਿਸ ਕੀ ਜਰ ਕੋ ਖਨ ਹੈ ਕਨੇਰੀ। ਸਤਿਗੁਰੂ ਜੀ ਲੈ ਕਰਕੇ ਜਿਹੜੀ ਬਹੁਤ ਕੀ ਛੋਟੀ ਜੀ ਸ੍ਰੀ ਸਾਹਿਬ ਕਵੀ ਜੀ ਨੇ ਇੱਥੇ ਉਹਨੂੰ ਆਪਣੇ ਵੱਲੋਂ ਕਰਦ ਵੀ ਲਿਖਿਆ। ਉਹਦੇ ਨਾਲ ਹੌਲੀ ਹੌਲੀ ਉਹਦੀਆਂ ਜਿਹੜੀਆਂ ਜੜ੍ਹਾਂ ਵੱਢਣ ਲੱਗ ਪਏ ਸਨ। ਕਰਦ ਹਾਥ ਮਹਿ ਧਾਰਨ ਕਰੀ। ਜਿਹੜੀ ਤਿੱਖੀ ਛੋਟੀ ਜੀ ਸ੍ਰੀ ਸਾਹਿਬ ਮਹਾਰਾਜ ਨੇ ਆਪਣੇ ਹੱਥਾਂ ਦੇ ਵਿੱਚ ਪਕੜੀ ਹੋਈ ਹੈ। ਸਗਲ ਪ੍ਰਸੰਗ ਸੁਣਿਓ ਚਿਤ ਧਰੀ। ਜਦੋਂ ਦਸ਼ਮੇਸ਼ ਪਿਤਾ ਨੇ ਇਹ ਜਿਹੜੀ ਮਹਾਨ ਸ਼ਹਾਦਤ ਆਪਣੇ ਕੱਲਾਂ ਦੇ ਨਾਲ ਸੁਣ ਲਈ ਸੀ। ਬਹੁਰ ਬੁਝ ਨਾ ਕੀਨ ਗੁਸਾਈ। ਫਿਰ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਉਸ ਮਾਈ ਨੂੰ ਆਪ ਪੁੱਛਣ ਲੱਗੇ ਸਨ। ਜਹਾਂ ਸਭਾ ਤੁਰਕਨ ਸਮੁਦਾਈ। ਵੀ ਸਾਨੂੰ ਇਹ ਦੱਸ ਜਿੱਥੇ ਇਹ ਜਿਹੜੀ ਕਚਹਿਰੀ ਵੈਸੇ ਤਾਂ ਦੋਟਾ ਪਾਪੀਆਂ ਜ਼ਾਲਮਾਂ ਦੇ ਨਾਲ ਭਰੀ ਹੋਈ ਸੀ। ਬਿਨ ਮਲੇਰੀਅਨ ਅਪਰ ਭੇ ਕੋਈ। ਉਸ ਟਾਈਮ ਤੇ ਕਿਸੇ ਨੇ ਹਾਦਾ ਵੀ ਨਾਰਾ ਮਾਰਿਆ ਜਾਂ ਨਹੀਂ ਮਾਰਿਆ ਸੀ। ਸੁਣ ਕੇ ਮਾਈ ਨੇ ਸਾਰੀ ਗੱਲਬਾਤ ਮਹਾਰਾਜ ਦੇ ਅੱਗੇ ਅਰਜ਼ ਕੀਤੀ।
ਗਰੀਬਾਂ ਨਵਾਜ਼ ਸੱਚੇ ਪਾਤਸ਼ਾਹ ਵੀ ਜਿਹੜਾ ਸੀ ਨਾ ਇਹ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ, ਉਸ ਸ਼ੇਰ ਮਰਦ ਨੇ ਇਕੱਲੇ ਨੇ ਹੀ ਤੁਰਕਾਂ ਦੀ ਕਚਹਿਰੀ ਦੇ ਵਿੱਚ ਆਪਣੇ ਵੱਲੋਂ ਹਾਂ ਦਾ ਜਿਹੜਾ ਨਾਰਾ ਮਾਰਿਆ, ਕਹਿ ਲੱਗਿਆ ਜਨਾਬ ਤੁਹਾਨੂੰ ਇਹਨਾਂ ਸ਼ੀਰਖੋਰ ਬੱਚਿਆਂ ਦੇ ਉੱਪਰ ਬੜਾ ਰਹਿਮ ਕਰਨਾ ਚਾਹੀਦਾ ਹੈ। ਹੋਰ ਦੋਟਾ ਪਾਪੀਆਂ ਜ਼ਾਲਮਾਂ ਦੇ ਵਿੱਚੋਂ ਕੋਈ ਵੀ ਨਹੀਂ ਬੋਲਿਆ ਸੀ। ਇੱਕੋ ਇੱਕ ਜਿਹੜਾ ਸ਼ੇਰ ਮੁਹੰਮਦ ਖਾਂ, ਉਹਨੇ ਆਪਣੇ ਮਨ ਦੇ ਵਿੱਚ ਬੜੀ ਹਮਦਰਦੀ ਰਹਿਮ ਨੂੰ ਧਾਰਨ ਕਰਦਿਆਂ ਹੋਇਆ ਜ਼ਰੂਰ ਆਪਣੇ ਵੱਲੋਂ ਭਰੀ ਕਚਹਿਰੀ ਦੇ ਵਿੱਚ ਹਾਂ ਦਾ ਜਿਹੜਾ ਨਾਰਾ ਮਾਰਿਆ ਸੀ। ਭਿਖ ਸਿਸ ਦਇਆ ਰਿਧੀ ਜਿਸ ਹੋਈ, ਉਸ ਦੇ ਹਿਰਦੇ ਦੇ ਅੰਦਰ ਬੜੀ ਹਮਦਰਦੀ, ਬੜਾ ਜਿਹੜਾ ਰਹਿਮ ਗੁਰੂ ਕੇ ਲਾਲਾ ਨੂੰ ਦੇ ਕਰਕੇ ਪੈਦਾ ਹੋਇਆ ਸੀ। ਤਬ ਮਾਹੀ ਕਰ ਜੋਰ ਉਚਾਰਾ, ਉਸ ਸਮੇਂ ਜਿਹੜਾ ਮਾਹੀ ਆਪਣੇ ਵੱਲੋਂ ਇਹ ਸਾਰੀ ਜਿਹੜੀ ਵਾਰਤਾ ਕੁਰਬਾਨੀ ਦੀ ਦੱਸ ਰਿਹਾ ਸੀ। ਮੈਂ ਆਛੇ ਕੀਨੋ ਨਿਰਧਾਰਾ, ਮਹਾਰਾਜ ਮੈਂ ਪਹਿਲਾਂ ਉੱਥੇ ਜਾ ਕਰਕੇ ਇਸ ਵਾਰਤਾ ਦਾ ਚੰਗੀ ਤਰ੍ਹਾਂ ਨਿਰਣਾ ਕੀਤਾ ਹੈ। ਸ਼ੀਰ ਖੋਰ ਇਨ ਦੋਸ਼ ਨਾ ਲੀਸ਼, ਉਸ ਵਕਤ ਜਿਹੜਾ ਮਲੇਰਕੋਟਲੇ ਦਾ ਨਵਾਬ, ਉਹਨੇ ਜ਼ਰੂਰ ਆਪਣੇ ਵੱਲੋਂ ਜਿਹੜੀ ਹਮਦਰਦੀ ਦੋਟਾਂ ਦੀ ਕਚਹਿਰੀ ਦੇ ਵਿੱਚ ਸਾਹਮਣੇ ਪੇਸ਼ ਕੀਤੀ ਸੀ। ਏਬ ਮਲੇਰੀ ਕਹਿ ਬਿਨ ਦਵੈਸ਼, ਉਹ ਸਮੇਂ ਜਦੋਂ ਦਸ਼ਮੇਸ਼ ਪਿਤਾ ਨੇ ਇਹ ਵਚਨ ਰਾਏ ਕਲੇ ਦੇ ਪਾਸ ਬੈਠੇ ਹੋਇਆ ਸੁਣ ਲਏ ਸਨ। ਸ਼੍ਰੀ ਗੁਰ ਸੁਣ ਕਰ ਸ਼੍ਰੀ ਗੁਰ ਬਾਕ ਬਖਾਨਾ, ਸੁਣ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਫਿਰ ਇਹ ਵਚਨ ਵੀ ਕਰ ਦਿੱਤਾ ਸੀ ਮਲੇਰਕੋਟਲੇ ਦੇ ਨਵਾਬ ਨੂੰ, ਭਇਓ ਨਾਸ਼ ਅਬ ਸਭ ਤੁਰਕਾਨਾ, ਵੀ ਆ ਬਾਕੀ ਦਾ ਜਿਹੜਾ ਤੁਰਕਾਨਾ ਮੁਗਲ ਪਠਾਣੇ ਤਾਂ ਸਾਰੇ ਹੀ ਖਤਮ ਹੋ ਜਾਣੇ ਨੇ। ਇੱਕ ਮਲੇਰੀਅਨ ਕੀ ਜੜ ਰਹਿ, ਪਰ ਜਿਹੜੇ ਨੇ ਮਲੇਰਕੋਟਲੇ ਦੇ ਨਵਾਬ, ਉਹਨਾਂ ਦੀ ਜੜ ਉਸੇ ਤਰ੍ਹਾਂ ਕਾਇਮ ਰਹਿ ਜਾਣੀ ਹੈ। ਆਪਰ ਤੁਰਕ ਸਭ ਹੀ ਜਰਦ ਹੈ, ਹੋਰ ਮੁਸਲਮਾਨਾਂ ਤੁਰਕਾਂ ਪਠਾਨਾਂ ਦੀਆਂ ਜੜ੍ਹਾਂ ਹੀ ਸੜ ਜਾਣੀਆਂ ਹਨ। ਇਮ ਕਹਿ ਮੁਖ ਤੇ ਕਰਦ ਚਲਾਈ, ਇਉਂ ਮਹਾਰਾਜ ਨੇ ਬਚਨ ਕਰਦਿਆਂ ਨਾ ਜਦੋਂ ਬਹੁਤ ਤਿੱਖੀ ਧਾਰਾ ਵਾਲੀ ਸ੍ਰੀ ਸਾਹਿਬ ਉਸ ਕਾਈ ਦੇ ਬੂਟੇ ਦੀਆਂ ਜੜ੍ਹਾਂ ਦੇ ਉੱਪਰ ਚਲਾਈ ਹੈ। ਕਾਹੋ ਬੂਟ ਜੜ ਕਾਟ ਗਵਾਈ, ਸਾਰਿਆਂ ਦੇ ਦੇ ਦਿਆਂ ਉਹ ਕਾਈ ਦਾ ਜਿਹੜਾ ਬੂਟਾ ਮਹਾਰਾਜ ਨੇ ਜੜੋਂ ਹੀ ਪੁੱਟ ਦਿੱਤਾ ਸੀ। ਜਿਮ ਇਸਕੀ ਜੜ ਕਾਟ ਉਖਾਰੀ, ਮਹਾਰਾਜ ਕਹਿਣ ਲੱਗੇ ਵੀ ਜਿਵੇਂ ਅਸੀਂ ਨਾ ਇਸ ਕਾਈ ਦੇ ਬੂਟੇ ਦੀਆਂ ਜੜ੍ਹਾਂ ਥੱਲੋਂ ਹੀ ਕੱਟ ਦਿੱਤੀਆਂ ਹਨ, ਤਥਾ ਤੁਰਕ ਕੀ ਬਿਨਸਹ ਸਾਰੀ, ਇਸੇ ਤਰ੍ਹਾਂ ਤੁਰਕਾਂ ਮੁਸਲਮਾਨਾਂ ਦੀਆਂ ਜਿਹੜੀਆਂ ਜੜ੍ਹਾਂ ਹੋਣ ਤੋਂ ਬਾਅਦ ਆ ਹਿੰਦੁਸਤਾਨ 'ਚੋਂ ਸਦਾ ਦੇ ਲਈ ਕੱਟ ਦਿੱਤੀਆਂ ਹਨ। ਕੀਤਕ ਦਿਨ ਮਹਿ ਹੋਏ ਬਿਨਾਸ਼ਾ, ਇਹ ਤਾਂ ਥੋੜ੍ਹੇ ਦਿਨਾਂ ਦੇ ਅੰਦਰ ਹੀ ਇਸ ਹਿੰਦੁਸਤਾਨ 'ਚੋਂ ਖਤਮ ਹੋ ਜਾਣੇ ਹਨ। ਬਿਸਮਾਵੇਂ ਜਗ ਦੇਖ ਤਮਾਸ਼ਾ, ਇਹਨਾਂ ਦਾ ਤਮਾਸ਼ਾ ਦੇ ਕੇ ਦੁਨੀਆ ਦੇ ਲੋਕਾਂ ਨੇ ਮਨ ਦੇ ਵਿੱਚ ਬੜਾ ਹੈਰਾਨ ਹੋ ਜਾਣਾ ਵੀ ਕਿੱਥੇ ਤਾਂ ਇਹ ਇਤਨੇ ਤੇਜ ਪ੍ਰਤਾਪੀ ਰਾਜੇ ਮਹਾਰਾਜੇ ਬਣੇ ਹੋਏ ਸੀ ਤੇ ਹੁਣ ਇਹਨਾਂ ਦਾ ਕੋਈ ਨਗਾਰ 'ਚ ਹੀ ਬਾਕੀ ਨਹੀਂ ਬਚਿਆ ਹੈ। ਦਿਓ ਸਰਾਪ ਗੁਰ ਕੋਪੇ ਕਨੇਰੀ, ਸਤਿਗੁਰੂ ਜੀ ਨੇ ਨਾਰਾਜ਼ ਹੋ ਕੇ ਇਹਨਾਂ ਤੁਰਕਾਂ ਮੁਗਲਾਂ ਮੁਸਲਮਾਨਾਂ ਨੂੰ ਇਹੋ ਜਿਹੇ ਸ਼ਰਾਪ ਦੇ ਜਿਹੜੇ ਬਚਨ ਕਰ ਦਿੱਤੇ ਸਨ। ਰਾਜ ਤੇਜ ਕੋ ਮੂਲ ਓ ਕੀਰੀ, ਹੁਣ ਇਹਨਾਂ ਦਾ ਜਿਹੜਾ ਰਾਜ ਤੇ ਬਿਲਕੁਲ ਮੁੱਢ ਤੋਂ ਹੀ ਮਹਾਰਾਜ ਨੇ ਖਤਮ ਕਰ ਦਿੱਤਾ ਹੈ। ਔਰ ਸਿਰੰਦ ਮਹਿ ਪਾਪ ਕਨੇਰਾ, ਵੀ ਜਿਹੜਾ
ਸਰਹੰਦ ਸ਼ਹਿਰ ਦੇ ਵਿੱਚ ਇਹੋ ਜਿਹਾ ਬਹੁਤ ਵੱਡਾ ਘੋਰ ਜ਼ੁਲਮ ਪਾਪ ਹੋਇਆ ਹੈ। ਉਜਰ ਜਾਹੀ ਲੈ ਕਸ਼ਟ ਵਡੇਰਾ। ਇੱਥੋਂ ਦੇ ਲੋਕਾਂ ਨੂੰ ਬਹੁਤ ਵੱਡੇ ਵੱਡੇ ਤਸੀਹੇ, ਵੱਡੇ ਵੱਡੇ ਜਿਹੜੇ ਕਸ਼ਟ ਵੀ ਆਪਣੇ ਸਰੀਰਾਂ ਦੇ ਉੱਪਰ ਝੱਲਣੇ ਪੈਣੇ ਹਨ, ਜਿਹਨੂੰ ਕਹਿੰਦੇ 52 ਲੱਖ ਦੀ ਜਿਹੜੀ ਆਮਦਨ ਪਹਿਲੇ ਸਮਿਆਂ 'ਚ ਸਰਹੰਦ ਸ਼ਹਿਰ ਦੇ ਵਿੱਚ ਹੋਇਆ ਕਰਦੀ ਸੀ। ਵਿਦਵਾਨਾਂ ਦਾ ਖਿਆਲ ਹੈ ਵੀ ਇੱਥੇ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਨਵਾਬਾਂ ਦੀਆਂ ਪਾਲਕੀਆਂ ਵੀ ਨਿਕਲਿਆ ਕਰਦੀਆਂ ਸਨ। ਪਰ ਜਦੋਂ ਬਾਬਾ ਬੰਦਾ ਬਾਂਦਰ ਸਿੰਘ ਨੇ ਇਹਦੇ ਉੱਪਰ ਚੜ੍ਹਾਈ ਕੀਤੀ, ਉਸ ਸਮੇਂ ਇਹੋ ਜਿਹੀ ਦੁਖਦਾਈ ਹਾਲਤ ਸਰਹੰਦ ਸ਼ਹਿਰ ਦੇ ਵਿੱਚ ਰਹਿਣ ਵਾਲੇ ਜੋ ਵੀ ਦੋਟ ਪਾਪੀ ਮੁਗਲ ਪਠਾਨ ਸਨ, ਉਹਨਾਂ ਨੂੰ ਜ਼ੁਬਾਨ ਦੇ ਨਾਲ ਵੀ ਬਹਿਣ ਕਹਿਣਾ ਬੜੀ ਔਖੀ ਗੱਲ ਹੈ। ਸਿੱਖ ਹਮਾਰੇ ਮਾਰ ਉਜਰ ਹੈ। ਮਹਾਰਾਜ ਕਹਿ ਲਗੇ ਵੀ ਇਸ ਸਰਹੰਦ ਸ਼ਹਿਰ ਨੂੰ ਸਾਡੇ ਗੁਰਸਿੱਖਾਂ ਨੇ ਹਮਲੇ ਕਰ ਕਰਕੇ ਨਾ ਚਾਰੇ ਪਾਸਿਆਂ ਤੋਂ ਉਜਾੜ ਦੇਣਾ। ਛੀਨ ਰਾਜ ਧਨ ਬਹਿਰ ਨਿਕਾਰ ਹੈ। ਇਹਨਾਂ ਦੇ ਘਰਾਂ ਚੋਂ ਜਿਹੜਾ ਦੱਬਿਆ ਹੋਇਆ ਧਨ, ਬੜੀ ਮਾਇਆ, ਸੋਨਾ ਚਾਂਦੀ ਹੈ, ਹੀਰੇ ਜਵਾਹਰਾਤ ਮਾਰ ਮਾਰ ਕਰਕੇ ਚੌਕਾਂ ਤਿੱਖੀਆਂ ਸਰੀਰਾਂ 'ਚ ਫਿਰ ਮੇਰੇ ਖਾਲਸੇ ਨੇ ਬਾਹਰ ਕਢਵਾਉਣਾ। ਦੋਹਰਾ ਸੁਨਿਓ ਸਰਾਪ ਗੁਰਤੀ ਜਬੈ ਬਿਸਮਿਓ ਕੱਲਾ ਰਾਈ। ਜਦੋਂ ਇਹ ਜੇ ਬਚਨ ਮਹਾਰਾਜ ਦੇ ਰਾਏ ਕੱਲੇ ਨੇ ਵੀ ਕੰਨਾਂ ਦੇ ਨਾਲ ਸੁਣੇ, ਇਹ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਸੀ। ਮੈਂ ਸੰਗੀ ਤੁਰਕਾਨ ਕੋ ਤਿਨੋ ਸੰਗ ਜੜ ਜਾਈ। ਇਹਨੇ ਸੋਚਿਆ ਵੀ ਸਾਡੀ ਜਿਹੜੀ ਬੰਸ ਹਿੰਦੂ ਰਾਜਪੂਤਾਂ ਤੋਂ ਇਹ ਹੁਣ ਮੁਸਲਮਾਨ ਬਣੇ ਹੋਏ ਹਨ, ਤੇ ਮੈਂ ਵੀ ਤੁਰਕਾਂ ਦੇ ਘਰ ਦੇ ਵਿੱਚ ਹੀ ਜਨਮ ਧਾਰਨ ਕੀਤਾ ਹੋਇਆ। ਚੌਪਈ ਰਹਿਓ ਸਮੀਪ ਨਹੀਂ ਕਰ ਜੋਰੀ। ਹੁਣ ਰਾਏ ਕੱਲਾ ਸਤਿਗੁਰੂ ਜੀ ਦਾ ਬਿਲਕੁਲ ਤਕਰੀਬਨ ਉਸ ਸਮੇਂ ਨੇੜੇ ਹੀ ਬੈਠਾ ਸੀ। ਨਹਿ ਬਖਸ਼ਾਇਓ ਗੁਰੂ ਨਿਹੋਰੀ। ਹੁਣ ਇਹ ਜਿਹੜੇ ਪ੍ਰਵਚਨ ਮਹਾਰਾਜ ਦੇ ਕੀਤੇ ਹੋਏ ਆਪਣੇ ਵੱਲੋਂ ਬਖਸ਼ਾਉਣੇ ਚਾਹੁੰਦਾ ਸੀ। ਆਪੀ ਸਮੋ ਲਿਓ ਬਖਸ਼ਾਈ। ਸੋਚਿਆ ਵੀ ਅਜੇ ਵੀ ਟਾਈਮ ਹੈ। ਹੁਣ ਪਹਿਲਾਂ ਤਾਂ ਰਾਏ ਕੋਲੇ ਨੇ ਕੋਈ ਆਪਣੇ ਵੱਲੋਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਨਹੀਂ ਕੀਤੀ ਸੀ। ਇਮ ਨਿਸ਼ਚੈ ਮਨ ਮਹਿ ਠਹਿਰਾਈ। ਜਦੋਂ ਪਤਾ ਲੱਗ ਗਿਆ ਰਾਏ ਕੋਲੇ ਨੂੰ ਵੀ ਹੁਣ ਦੁਨੀਆ ਦੇ ਵਿੱਚੋਂ ਤੁਰਕਾਂ ਦੀਆਂ, ਮੁਗਲਾਂ ਦੀਆਂ, ਪਠਾਨਾਂ ਦੀਆਂ ਜੜ੍ਹਾਂ ਹੀ ਨਾਸ ਹੋ ਜਾਣੇ, ਮੈਂ ਵੀ ਹੁਣ ਉਹਨਾਂ ਤੁਰਕਾਂ ਮੁਸਲਮਾਨਾਂ ਦੇ ਵਿੱਚੋਂ ਹੀ ਹਾਂ। ਉਠਿਓ ਸਭਾ ਤੇ ਜੁਗ ਕਰ ਜੋਰੀ। ਇਹਨਾਂ ਦੇ ਨਾਲ ਮੇਰੀਆਂ ਜੜ੍ਹਾਂ ਵੀ ਉਸੇ ਤਰ੍ਹਾਂ ਨਾਸ ਹੋ ਜਾਣੀਆਂ। ਉਸ ਸਮੇਂ ਰਾਏ ਕੱਲਾ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ ਸੀ। ਸ਼੍ਰੀ ਪ੍ਰਭ ਕਿਰਪਾ ਕਰੋ ਮਮ ਓਰੀ। ਐ ਦਿਆਲੋ ਕਿਰਪਾਲੂ ਸੱਚੇ ਪਾਤਸ਼ਾਹ ਮੇਰੇ ਉੱਪਰ ਤਾਪ ਕਿਰਪਾ ਰਹਿਮ ਕਰ ਦਿਓ। ਦਾਸ ਕਦੀਮੀ ਰਾਵਰ ਕੀਰਾ। ਹੁਣ ਮੈਂ ਤਾਂ ਮੁੱਢ ਕਦੀਮੀ ਤੋਂ ਹੀ ਆਪਦੇ ਚਰਨਾਂ ਦਾ ਸੇਵਕ ਦਾਸ ਬਣਿਆ ਹੋਇਆ ਹਾਂ। ਤੁਰਕਨ ਸਨ ਕਿਛ ਹਿਤ ਨਹਿ ਮੇਰਾ। ਮੇਰਾ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਕੋਈ ਮਨ ਦੇ ਅੰਦਰ ਇਹੋ ਜਿਹਾ ਹਿੱਤ ਜਾਂ ਪ੍ਰੇਮ ਨਹੀਂ ਬਣਿਆ ਹੋਇਆ ਹੈ। ਤਿਨਕੇ ਸਾਥ ਨਾ ਮੋਹਿ ਮਿਲਾਓ। ਮਹਾਰਾਜ ਮੈਨੂੰ ਆਪ ਜੀ ਨੇ ਇਹਨਾਂ ਦੇ ਨਾਲ ਨਹੀਂ ਮਿਲਾਉਣਾ ਹੈ। ਆਪਨ ਸਰਾਪ ਤੇ ਪ੍ਰਤਕ ਬਚਾਓ। ਸੱਚੇ ਪਾਤਸ਼ਾਹ ਮੈਂ ਆਪਣੇ ਪਰਿਵਾਰ ਦੇ ਸਮੇਤ ਇਹੋ ਜਿਹੇ ਸ਼ਰਾਬ ਦੇ ਬਚਨਾਂ ਤੋਂ ਬਚਾ ਕਰਨਾ ਚਾਹੁੰਦਾ ਹਾਂ। ਸ਼੍ਰੀ ਗੁਰ ਕਹੈ ਪ੍ਰਥਮ ਕੀ ਸਮੈ। ਮਹਾਰਾਜ ਕਹਿ ਲਗੇ ਰਾਏ ਕੱਲਾ ਬੀਤੇ ਪਹਿਲਾਂ ਸਾਡੇ ਅੱਗੇ
ਬੇਨਤੀ ਕਿਉਂ ਨਹੀਂ ਕੀਤੀ ਹੈ। अपने हित कहन तो हमें ਤੋਂ ਕੁਝ ਕੁ ਸਮਾਂ ਪਹਿਲਾਂ ਜੇ ਆਪਣੇ ਪਰਿਵਾਰ ਦੀ ਰੱਖਿਆ ਕਰਨ ਵਾਸਤੇ ਸਾਡੇ ਅੱਗੇ ਬੇਨਤੀ ਹੱਥ ਜੋੜ ਦਿੰਦਾ, ਫਿਰ ਅਸੀਂ ਤੈਨੂੰ ਉਸੇ ਟਾਈਮ ਤੇ ਬਖਸ਼ ਦੇਣਾ ਸੀ। दीत श्राप को लीत बचाई। ਅਸੀਂ ਤੇਰੇ ਸਾਰੇ ਪਰਿਵਾਰ ਨੂੰ ਇਹਨਾਂ ਸ਼ਰਾਪ ਦੇ ਬਚਨਾਂ ਤੋਂ ਸਦਾ ਦੇ ਲਈ ਬਚਾ ਲੈਣਾ ਸੀ। तुरकन गणती पृथक बनाई। ਤੈਨੂੰ ਇਹਨਾਂ ਤੁਰਕਾਂ ਮੁਸਲਮਾਨਾਂ ਦੇ ਨਾਲੋਂ ਅਸੀਂ ਲਹਿਦਾਈ ਕਰ ਦਿੰਦਾ, ਜੇ ਕਿਤੇ ਪਹਿਲਾਂ ਹੀ ਸਾਡੇ ਅੱਗੇ ਤੋਂ ਅਰਦਾਸ ਬੇਨਤੀ ਕਰ ਦਿੰਦਾ। ਪਰ ਹੁਣ ਤਾਂ ਇਹ ਜਿਹੜੇ ਬਚਨ ਰਸਨਾ ਤੋਂ ਨਿਕਲੇ ਹਨ ਇਹ ਪੂਰੇ ਹੋ ਕੇ ਰਹਿਣੇ ਹਨ। सुन तराई कल्ले तब कहियो। ਉਹ ਸਮੇਂ ਰਾਏ ਕੱਲਾ ਮਹਾਰਾਜ ਦੇ ਅੱਗੇ ਬਾਰ-ਬਾਰ ਬੜੀਆਂ ਮਿੰਨਤਾਂ ਤਰ ਲੈ ਤੇ ਬਾਰ-ਬਾਰ ਲੇਲਣੀਆਂ ਕੱਢਣ ਲੱਗ ਪਿਆ ਸੀ। ये तो कोप में नाहन लहियो। ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਵੀ ਆਪ ਨੇ ਹਿਰਦੇ ਦੇ ਅੰਦਰ ਇਤਨੀ ਨਾਰਾਜ਼ਗੀ ਧਾਰਨ ਕੀਤੀ ਹੋਈ ਹੈ। आपी शरण परे की रखो। ਹੁਣ ਵੀ ਮੈਂ ਆਪ ਦੇ ਚਰਨਾਂ ਦੀ ਜਿਹੜੀ ਸ਼ਰਨ ਗ੍ਰਹਿਣ ਕੀਤੀ ਹੈ। दास जान बख्शन अब लखो। ਮੈਨੂੰ ਆਪਣੇ ਚਰਨਾਂ ਦਾ ਸੇਵਕ ਦਾਸ ਜਾਣਦਿਆਂ ਹੋਇਆਂ ਇਹਨਾਂ ਬਚਨਾਂ ਤੋਂ ਬਚਾਉਣਾ ਕਰੋ। मेरो राज तीज रख लीजै। ਮਹਾਰਾਜ ਮੈਂ ਆਪਣੇ ਰਾਜ ਭਗਦੀ ਵੀ ਰੱਖੇ ਆਪ ਦੇ ਕੋਲੋਂ ਕਰਵਾਉਣੀ ਚਾਹੁੰਦਾ ਹਾਂ। ਹੁਣ ਜਿਸ ਪ੍ਰਕਾਰ ਸਤਿਗੁਰਾਂ ਨੇ ਇਹਦੇ ਉੱਪਰ ਵੀ ਬੜੀ ਬਖਸ਼ਿਸ਼ ਕਰਨੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। अब पी शरण परे की रखो। दास जान बख्शन अब लखो। अब पी शरण परे की रखो। दास जान बख्शन अब लखो। ਜੋਤ ਪਾਰ ਬ੍ਰਹਮ ਅਵਿਨਾਸੀ अविनाशी अगनास।